ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਪੇਸ਼ੈਂਟਸ ਜਿਹੜੇ ਨੇ ਹਜੇ ਤੱਕ ਉਹਨਾਂ ਨੂੰ ਇਸ ਬਾਰੇ ਘੱਟ ਨੌਲੇਜ ਹੈ। ਜਿਹੜਾ ਆਪਾਂ ਫਿਜ਼ੀਓਥੈਰੇਪੀ ਹੁੰਦੀ ਹੈ ਇਹਦੇ ਵਿੱਚ ਆਪਾਂ ਬਿਨਾਂ ਕੋਈ ਵੀ ਸਰਜਰੀ ਔਰ ਮੈਡੀਸਿਨ ਦੇ ਆਪਾਂ ਪੇਸ਼ੈਂਟਸ ਨੂੰ ਠੀਕ ਕਰਨਾ ਹੁੰਦਾ। ਜੇ ਆਪਾਂ ਪੇਸ਼ੈਂਟਸ ਦੀ ਕੋਈ ਵੀ ਡਿਸੀਜ਼ ਹੋਵੇ, ਕੋਈ ਵੀ ਡਿਫਾਰਮਿਟੀ ਬਣੀ ਹੋਵੇ, ਕੰਟਰੈਕਚਰਸ ਵਗੈਰਾ ਹੋ ਜਾਣ, ਇਹਨਾਂ ਚੀਜ਼ਾਂ ਨੂੰ ਆਪਾਂ ਫਿਜ਼ੀਓਥੈਰੇਪੀ ਦੇ ਵਿੱਚ ਸਹੀ ਕਰਦੇ ਹਾਂ ਆਪਣੇ ਹੋਟ ਪੈਕ ਨਾਲ, ਆਪਣੇ ਜਿਹੜੇ ਫਿਜ਼ੀਓਥੈਰੇਪੀ ਦੇ ਇਕਵਿਪਮੈਂਟਸ ਨੇ ਉਹਨਾਂ ਦੇ ਨਾਲ। ਜਿਹੜੀ ਫਿਜ਼ੀਓਥੈਰੇਪੀ ਹੁੰਦੀ ਹੈ ਜ਼ਰੂਰੀ ਨਹੀਂ ਹੈਗਾ ਕਿ ਇਹ ਹਮੇਸ਼ਾ ਲੇਟ ਹੀ ਅਸਰ ਕਰੇ। ਕਈ ਵਾਰੀ ਤਾਂ ਇੱਦਾਂ ਹੁੰਦਾ ਕਿ ਕਈ ਪੇਸ਼ੈਂਟਸ ਨੂੰ 1 ਤੋਂ 2 ਸੀਟਿੰਗਸ ਦੇ ਵਿੱਚ ਹੀ ਬਹੁਤ ਜ਼ਿਆਦਾ ਰਿਜ਼ਲਟ ਮਿਲ ਜਾਂਦਾ। ਜ਼ਿਆਦਾਤਰ ਦੇਖਿਆ ਜਾਵੇ ਨੰਬਰ ਆਫ ਪੇਸ਼ੈਂਟਸ ਕਿਹੜੀ ਪ੍ਰੋਬਲਮ ਦੇ ਨੇ? ਆਪਾਂ ਆਪਣੇ ਯੂਥ ਵੱਲ ਦੇਖਿਆ ਜਾਵੇ, ਆਪਣੀ ਏਜ ਦੇ ਅਕੋਰਡਿੰਗਲੀ ਦੇਖਿਆ ਜਾਵੇ ਤਾਂ ਬੈਕ ਪੇਨ ਦੇ ਬਹੁਤ ਜ਼ਿਆਦਾ ਪੇਸ਼ੈਂਟ ਨੇ, ਸਰਵਾਈਕਲ ਦੇ ਬਹੁਤ ਜ਼ਿਆਦਾ ਪੇਸ਼ੈਂਟਸ ਨੇ। ਇਹ ਸਾਰੀਆਂ ਡਿਫਾਰਮਿਟੀਜ਼ ਜਿਹੜੀਆਂ ਆਪਣੇ ਸਟਰਕਚਰ ਜਿਹੜੇ ਬਾਡੀ ਦੇ ਖਰਾਬ ਹੋ ਰਹੇ ਨੇ ਆਪਣੇ ਪੋਸਚਰ ਕਰਕੇ ਨੇ ਮੇਨਲੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ। ਮੈਂ ਹਾਂ ਪ੍ਰਬਲੀਨ ਕੌਰ। ਫਿਜ਼ੀਓਥੈਰੇਪੀ ਦੀ ਗੱਲਬਾਤ ਕੀਤੀ ਜਾਵੇ ਤਾਂ ਫਿਜ਼ੀਓਥੈਰੇਪੀ ਦੇ ਵਿੱਚ ਬਹੁਤ ਸਾਰੇ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਅਕਸਰ ਪੇਸ਼ੈਂਟਸ ਨੂੰ ਜਾਂ ਫਿਰ ਜਿਵੇਂ ਤੁਸੀਂ ਆਡੀਅנס ਸਾਡੀ ਦੇਖ ਰਹੇ ਹੋ ਉਹਨਾਂ ਨੂੰ ਨਹੀਂ ਪਤਾ। ਔਰ ਫਿਜ਼ੀਓਥੈਰੇਪੀ ਕਿੰਨੀ ਕੁ ਇੰਪੋਰਟੈਂਟ ਹੈ ਆਪਣੀ ਬਾਡੀ ਵਾਸਤੇ ਜੇਕਰ ਤੁਸੀਂ ਕਿਸੇ ਪ੍ਰੋਬਲਮ ਤੋਂ ਗੁਜ਼ਰੇ ਹੋ ਜਾਂ ਫਿਰ ਨਾਰਮਲੀ ਵੀ ਅਗਰ ਦੇਖਿਆ ਜਾਵੇ ਏਜ ਦੇ ਨਾਲ ਬਾਡੀ 'ਚ ਇਹੋ ਜਿਹੀਆਂ ਚੀਜ਼ਾਂ ਹੋ ਜਾਂਦੀਆਂ ਨੇ, ਇਹੋ ਜਿਹੀ ਪ੍ਰੋਬਲਮਸ ਜਾਂ ਪੇਨ ਹੁੰਦੀਆਂ ਨੇ ਜਿਨ੍ਹਾਂ ਦਾ ਇਲਾਜ ਸਿਰਫ ਫਿਜ਼ੀਓਥੈਰੇਪੀ ਦੇ ਨਾਲ ਹੀ ਹੋ ਸਕਦਾ, ਉਹ ਵੀ ਬਿਲਕੁਲ ਬਿਨਾਂ ਸਾਈਡ ਇਫੈਕਟਸ ਦੇ। ਤਾਂ ਪ੍ਰੋ ਲਾਈਫ ਹਸਪੀਟਲ ਦੇ ਵਿੱਚ ਅਸੀਂ ਮੌਜੂਦ ਹਾਂ, ਸਾਡੇ ਨਾਲ ਡਾਕਟਰ ਦੀਆ ਮੌਜੂਦ ਨੇ। ਗੱਲਬਾਤ ਕਰਦੇ ਹਾਂ ਫਿਜ਼ੀਓਥੈਰੇਪੀ ਦੀ ਇੰਪੋਰਟੈਂਸ ਤੁਹਾਨੂੰ ਦੱਸਦੇ ਹਾਂ ਔਰ ਕਿਹੜੇ ਪੇਸ਼ੈਂਟਸ ਨੇ ਜਿਨ੍ਹਾਂ ਵਾਸਤੇ ਜ਼ਰੂਰੀ ਹੋ ਚੁੱਕੀ ਔਰ ਕਦੋਂ ਤੱਕ ਜ਼ਰੂਰੀ ਹੈ, ਕਿਵੇਂ ਇਸ ਨੂੰ ਤੁਸੀਂ ਅੱਗੇ ਲੈ ਕੇ ਜਾ ਸਕਦੇ ਹੋ ਔਰ ਆਪਣੀ ਟ੍ਰੀਟਮੈਂਟ ਨਾਲ ਦੇ ਨਾਲ ਕੰਟੀਨਿਊ ਰੱਖ ਸਕਦੇ ਹੋ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਮੈਮ, ਫਿਜ਼ੀਓਥੈਰੇਪੀ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਪੇਸ਼ੈਂਟਸ ਜਿਹੜੇ ਨੇ ਹਜੇ ਤੱਕ ਉਹਨਾਂ ਨੂੰ ਇਸ ਬਾਰੇ ਘੱਟ ਨੌਲੇਜ ਹੈ। ਫਿਜ਼ੀਓਥੈਰੇਪੀ ਨੂੰ ਇੰਨਾ ਹਜੇ ਇੰਪੋਰਟੈਂਟ ਅਗਰ ਦੇਖਿਆ ਜਾਵੇ ਨਹੀਂ ਮੰਨਿਆ ਜਾਂਦਾ ਕਿਉਂਕਿ ਇੱਦਾਂ ਲੱਗਦਾ ਕਿ ਦਵਾਈਆਂ ਖਾ ਕੇ ਸ਼ਾਇਦ ਅਸੀਂ ਸਹੀ ਹੋ ਜਾਈਏ, ਪਰ ਮੈਨੂੰ ਲੱਗਦਾ ਹੈ ਕਿ ਜਿੰਨੀ ਫਿਜ਼ੀਓਥੈਰੇਪੀ ਦੇ ਵਿੱਚ ਤਾਕਤ ਹੈ ਉਹ ਦਵਾਈਆਂ ਬਾਅਦ 'ਚ ਲੱਗਦੀਆਂ ਨੇ। ਬਿਲਕੁਲ, ਜਿਹੜਾ ਆਪਾਂ ਫਿਜ਼ੀਓਥੈਰੇਪੀ ਹੁੰਦੀ ਹੈ ਇਹਦੇ ਵਿੱਚ ਆਪਾਂ ਬਿਨਾਂ ਕੋਈ ਵੀ ਸਰਜਰੀ ਔਰ ਮੈਡੀਸਿਨ ਦੇ ਆਪਾਂ ਪੇਸ਼ੈਂਟਸ ਨੂੰ ਠੀਕ ਕਰਨਾ ਹੁੰਦਾ। ਇਹਦੇ 'ਚ ਆਪਾਂ ਪੇਸ਼ੈਂਟਸ ਦੀ ਕੋਈ ਵੀ ਡਿਸੀਜ਼ ਹੋਵੇ, ਕੋਈ ਵੀ ਡਿਫਾਰਮਿਟੀ ਬਣੀ ਹੋਵੇ, ਕੰਟਰੈਕਚਰਸ ਵਗੈਰਾ ਹੋ ਜਾਣ, ਇਹਨਾਂ ਚੀਜ਼ਾਂ ਨੂੰ ਆਪਾਂ ਫਿਜ਼ੀਓਥੈਰੇਪੀ ਦੇ ਵਿੱਚ ਸਹੀ ਕਰਦੇ ਹਾਂ ਆਪਣੇ ਹੋਟ ਪੈਕ ਨਾਲ, ਆਪਣੇ ਜਿਹੜੇ ਫਿਜ਼ੀਓਥੈਰੇਪੀ ਦੇ ਇਕਵਿਪਮੈਂਟਸ ਨੇ ਉਹਨਾਂ ਦੇ ਨਾਲ। ਜਿਹੜੀ ਫਿਜ਼ੀਓਥੈਰੇਪੀ ਹੁੰਦੀ ਹੈ ਜ਼ਰੂਰੀ ਨਹੀਂ ਹੈਗਾ ਕਿ ਇਹ ਹਮੇਸ਼ਾ ਲੇਟ ਹੀ ਅਸਰ ਕਰੇ। ਕਈ ਵਾਰੀ ਤਾਂ ਇੱਦਾਂ ਹੁੰਦਾ ਕਿ ਕਈ ਪੇਸ਼ੈਂਟਸ ਨੂੰ 1 ਤੋਂ 2 ਸੀਟਿੰਗਸ ਦੇ ਵਿੱਚ ਹੀ ਬਹੁਤ ਜ਼ਿਆਦਾ ਰਿਜ਼ਲਟ ਮਿਲ ਜਾਂਦਾ। ਅਤੇ ਜਿਹੜੀ ਫਿਜ਼ੀਓਥੈਰੇਪੀ ਹੁੰਦੀ ਹੈ ਇਹ ਆਪਣੇ ਨਾਰਮਲੀ ਹਰੇਕ ਲਈ ਜ਼ਰੂਰੀ ਹੈ। ਪ੍ਰੀ ਆਪ ਪੇਸ਼ੈਂਟਸ ਸਰਜਰੀ ਤੋਂ ਪਹਿਲਾਂ ਵੀ ਜ਼ਰੂਰੀ ਹੈ ਅਤੇ ਸਰਜਰੀ ਤੋਂ ਬਾਅਦ ਵੀ ਜ਼ਰੂਰੀ ਹੈ। ਕਈ ਪੇਸ਼ੈਂਟਸ ਹੁੰਦੇ ਹੁਣ ਜਿਹੜੇ ਨੀਵੇਂ ਆਪਣੇ ਨਵੇਂ ਜਿਹੜੇ ਪੇਸ਼ੈਂਟਸ ਅੱਜ ਕੱਲ੍ਹ ਚੱਲ ਰਹੇ ਟੋਟਲ ਨੀ ਰਿਪਲੇਸਮੈਂਟ ਦੇ, ਉਹਨਾਂ ਦੇ ਵਿੱਚ ਕੀ ਹੁੰਦਾ ਕਿ ਫਿਜ਼ੀਓਥੈਰੇਪੀ ਆਪਾਂ ਸਰਜਰੀ ਤੋਂ ਬਾਅਦ ਕਰਦੇ ਹਾਂ। ਅਤੇ ਕਈ ਵਾਰੀ ਇੱਦਾਂ ਹੁੰਦਾ ਕਿ ਪੇਸ਼ੈਂਟਸ ਦੇ ਹਜੇ ਨੀਜ਼ ਇੰਨੇ ਖਰਾਬ ਨਹੀਂ ਹੁੰਦੇ ਅਤੇ ਪੇਸ਼ੈਂਟ ਨੂੰ ਲੱਗਦਾ ਕਿ ਮੇਰੇ ਹੁਣ ਗੋਡੇ ਜਿਹੜੇ ਨੇ ਉਹ ਨਹੀਂ ਚੱਲ ਸਕਦੇ ਬਿਨਾਂ ਪਵਾਏ ਹੋਏ। ਜੀ, ਉਹਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਦਵਾਈਆਂ ਖਾਧੀਆਂ ਤੇ ਠੀਕ ਹੋ ਜਾਣਗੇ, ਬਟ ਉਹਦੇ ਵਿੱਚ ਜੇ ਉਹ ਦਵਾਈਆਂ ਦੇ ਨਾਲ ਫਿਜ਼ੀਓਥੈਰੇਪੀ ਕਰਾਉਣ ਪਹਿਲਾਂ ਹੀ ਸਰਜਰੀ ਤੋਂ, ਤਾਂ ਉਹ ਉਹਨਾਂ ਨੂੰ ਬਹੁਤ ਜ਼ਿਆਦਾ ਇਫੈਕਟਿਵ ਰਹੂਗੀ। ਉਹ ਉਹਦੇ ਵਿੱਚ ਉਹਨਾਂ ਨੂੰ 10 ਤੋਂ 15 ਸੀਟਿੰਗਸ ਦੇ ਵਿੱਚ ਕਾਫੀ ਜ਼ਿਆਦਾ ਇਫੈਕਟ ਮਿਲ ਸਕਦਾ ਆ। ਜੀ, ਤਾਂ ਫਿਜ਼ੀਓਥੈਰੇਪੀ ਦੇ ਅਗਰ ਦੇਖਿਆ ਜਾਵੇ ਤੁਹਾਡੇ ਕੋਲ ਪੇਸ਼ੈਂਟਸ ਆਉਂਦੇ ਨੇ, ਸਭ ਤੋਂ ਪਹਿਲਾਂ ਪ੍ਰੋਬਲਮ ਕੀ ਲੈ ਕੇ ਆਉਂਦੇ ਨੇ? ਜ਼ਿਆਦਾਤਰ ਦੇਖਿਆ ਜਾਵੇ ਨੰਬਰ ਆਫ ਪੇਸ਼ੈਂਟਸ ਕਿਹੜੀ ਪ੍ਰੋਬਲਮ ਦੇ ਨੇ? ਜਿਵੇਂ ਅੱਜ ਕੱਲ੍ਹ ਓਲਡ ਏਜ 'ਚ ਆਪਾਂ ਵੇਖਿਆ ਜਾਵੇ ਤਾਂ ਨੀਜ਼ ਦੀ ਪ੍ਰੋਬਲਮ ਨਾਲ ਜ਼ਿਆਦਾ ਪੇਸ਼ੈਂਟ ਆ ਰਹੇ ਨੇ। ਜੇ ਆਪਾਂ ਆਪਣੇ ਯੂਥ ਵੱਲ ਦੇਖਿਆ ਜਾਵੇ, ਆਪਣੀ ਏਜ ਦੇ ਅਕੋਰਡਿੰਗਲੀ ਦੇਖਿਆ ਜਾਵੇ ਤਾਂ ਬੈਕ ਪੇਨ ਦੇ ਬਹੁਤ ਜ਼ਿਆਦਾ ਪੇਸ਼ੈਂਟ ਨੇ, ਸਰਵਾਈਕਲ ਦੇ ਬਹੁਤ ਜ਼ਿਆਦਾ ਪੇਸ਼ੈਂਟਸ ਨੇ। ਇਹ ਸਾਰੀਆਂ ਡਿਫਾਰਮਿਟੀਜ਼ ਜਿਹੜੀਆਂ ਆਪਣੇ ਸਟਰਕਚਰ ਜਿਹੜੇ ਬਾਡੀ ਦੇ ਖਰਾਬ ਹੋ ਰਹੇ ਨੇ ਆਪਣੇ ਪੋਸਚਰ ਕਰਕੇ ਨੇ ਮੇਨਲੀ। ਜਿਵੇਂ ਆਪਣੀਆਂ ਅੱਜ ਕੱਲ੍ਹ ਜੋਬਸ, ਬੈਂਕਿੰਗ ਜੋਬਸ ਨੇ, ਸਾਰਾ ਦਿਨ ਕੰਪਿਊਟਰ 'ਤੇ ਬੈਠਣਾ, ਤਾਂ ਉਹਦੇ ਨਾਲ ਕੀ ਆਪਣੀ ਸਪਾਈਨ ਦੇ ਆਪਣੀ ਜਿਹੜੀ ਨਾਰਮਲੀ ਸਪਾਈਨ ਦੀ ਪੋਜੀਸ਼ਨ ਆ ਉਹੀ ਥੋੜ੍ਹੀ ਇਨਕਰੈਕਟ ਕਹਿ ਲਓ ਆਪਾਂ ਹੋ ਜਾਂਦੀ ਹੈ। ਅਤੇ ਉਹਦੇ ਲਈ ਆਪਾਂ ਨੂੰ ਕੀ ਹੁੰਦਾ ਕਿ ਦਵਾਈ ਖਾਣ ਲੱਗ ਜਾਂਦੇ ਹਾਂ। ਹੁਣ ਜਦ ਤੱਕ ਆਪਾਂ ਪੋਸਚਰ ਨਹੀਂ ਠੀਕ ਕਰਾਂਗੇ, ਮਸਲ ਨੂੰ ਦੁਬਾਰਾ ਸਟਰੈਂਥਨ ਨਹੀਂ ਕਰਾਂਗੇ, ਉਦੋਂ ਤੱਕ ਉਹਨੇ ਇਫੈਕਟ ਨਹੀਂ ਦਿਖਾਉਣਾ ਚੀਜ਼ਾਂ ਨੇ। ਮੈਡੀਸਿਨ ਨਾਲ ਕੀ ਹੁੰਦਾ ਉਹਨਾਂ ਨੂੰ ਟੈਂਪਰੇਰੀ ਰਿਲੀਫ ਮਿਲ ਜਾਂਦਾ ਕਿ ਹਾਂ ਮੇਰੇ ਮਸਲ ਪੇਨ ਸੀ, ਮੈਂ ਲਈ ਮੈਡੀਸਿਨ ਐਂਡ ਠੀਕ ਹੋ ਗਿਆ, ਬਟ ਦੁਬਾਰਾ ਉਹ ਪ੍ਰੋਬਲਮ ਆਊਗੀ ਜਦ ਤੱਕ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਇਹਦਾ ਰੀਜ਼ਨ ਕੀ ਹੈ, ਸਟਾਰਟ ਹੀ ਕਿਉਂ ਹੋ ਰਹੀ ਹੈ। ਫਿਰ ਇਹਨਾਂ ਚੀਜ਼ਾਂ ਦੇ ਲਈ ਉਹਨਾਂ ਲਈ ਤਾਂ ਬਹੁਤ ਜ਼ਿਆਦਾ ਬੈਨੀਫਿਟ ਰਹਿੰਦੀ ਹੈ। ਜਿਹੜੇ ਹੁਣ ਆਉਂਦੇ ਨੇ ਅੱਜ ਕੱਲ੍ਹ ਤਾਂ ਕਾਫੀ ਜ਼ਿਆਦਾ ਐਜੂਕੇਟਡ ਨੇ ਲੋਕ ਇਹਨਾਂ ਚੀਜ਼ਾਂ ਨੂੰ ਲੈ ਕੇ ਵੀ ਉਹ ਇਹਨਾਂ ਪ੍ਰੋਬਲਮਸ ਦੀ ਹੁਣ ਮੈਡੀਸਿਨ ਦੇ ਨਾਲੋਂ ਫਿਜ਼ੀਓਥੈਰੇਪੀ ਕਰਾਉਣਾ ਜ਼ਿਆਦਾ ਪ੍ਰੈਫਰ ਕਰਦੇ ਨੇ। ਜੀ, ਐਕਸਰਸਾਈਜ਼ ਹੋ ਗਈ, ਜਿਮਿੰਗ ਹੋ ਗਈ, ਇਹਨਾਂ ਚੀਜ਼ਾਂ ਵੱਲ ਪ੍ਰੈਫਰੈਂਸ ਜਿਹੜੀ ਹੈ ਵੱਧਦੀ ਜਾ ਰਹੀ ਹੈ ਦਿਨੋਂ ਦਿਨ। ਤੁਸੀਂ ਜਿਵੇਂ ਦੱਸਿਆ ਬੈਕ ਪੇਨ ਦੇ, ਸਰਵਾਈਕਲ ਦੇ, ਜੋਬਸ ਔਰ ਹੋ ਗਈਆਂ ਨੇ ਵੀ 9 to 8 ਆਵਰਸ ਤੁਸੀਂ ਇੱਕੋ ਹੀ ਪੋਜੀਸ਼ਨ 'ਤੇ ਬੈਠਣਾ ਔਰ ਉਸੇ ਪੋਜੀਸ਼ਨ ਦੇ ਵਿੱਚ ਰਹਿ ਕੇ ਤੁਹਾਡੀ ਪੇਨ ਸ਼ੁਰੂ ਹੁੰਦੀ ਹੈ, ਫਿਰ ਆਖਿਰ ਰਾਤੀ ਆ ਕੇ ਇੱਕ ਗੋਲੀ ਖਾਧੀ ਤਾਂ ਸਵੇਰੇ ਫਿਰ ਉਹੀ ਕੰਮ 'ਤੇ।
ਕੀ ਲੱਗਦਾ ਹੈ ਵੀ ਰੂਟੀਨ ਵਾਈਜ਼ ਇਹੋ ਜੀ ਕਿਹੜੀ ਐਕਸਰਸਾਈਜ਼ ਨੇ ਜਿਹੜੀਆਂ ਫਿਜ਼ੀਓਥੈਰੇਪੀ ਦੇ ਵਿੱਚ ਇਨਕਲੂਡ ਹੁੰਦੀਆਂ ਨੇ, ਤੁਸੀਂ ਪੇਸ਼ੈਂਟਸ ਨੂੰ ਗਾਈਡ ਕਰਦੇ ਹੋ ਵੀ ਇਹ ਤੁਸੀਂ ਕਰੋਗੇ ਤਾਂ ਤੁਹਾਡੀ ਜਿਹੜੀ ਹੈ ਪ੍ਰੋਬਲਮ ਨਾਲ ਦੇ ਨਾਲ ਠੀਕ ਹੁੰਦੀ ਰਹੇਗੀ? ਨੋਰਮਲੀ ਸਭ ਤੋਂ ਪਹਿਲਾਂ ਤਾਂ ਆਪਾਂ ਪੇਸ਼ੈਂਟ ਦੀ ਜਦੋਂ ਅਸੈਸਮੈਂਟ ਕਰਦੇ ਹਾਂ ਉਹਨੂੰ ਪੋਸਚਰ ਦਾ ਸਿਖਾਉਂਦੇ ਕਿ ਤੁਸੀਂ ਬੈਠਣਾ ਕਿਵੇਂ ਹੈ, ਤੁਸੀਂ ਉੱਠਣਾ ਕਿਵੇਂ ਆ, ਆਪਣੀ ਨੋਰਮਲੀ ਰੂਟੀਨ ਦੇ ਵਿੱਚ ਤੁਸੀਂ ਕਿੰਨੀਆਂ ਕੁ ਪੋਜੀਸ਼ਨਸ ਜਿਹੜੀਆਂ ਨੇ ਕਿਵੇਂ ਅਡੈਪਟ ਕਰਨੀਆਂ ਨੇ। ਅਤੇ ਇਸ ਤੋਂ ਇਲਾਵਾ ਆਪਾਂ ਉਹਨਾਂ ਨੂੰ ਸਿਖਾਉਂਦੇ ਹਾਂ ਆਪਣੀਆਂ ਰੈਗੂਲਰ ਸਟਰੈਂਥਨਿੰਗ ਐਕਸਰਸਾਈਜ਼ਿਸ, ਸਟਰੈਚਿੰਗ ਐਕਸਰਸਾਈਜ਼ਿਸ ਵੀ ਕਿਵੇਂ ਕਿਵੇਂ ਤੁਸੀਂ ਉਹਨਾਂ ਨੂੰ ਡੀਲ ਕਰ ਸਕਦੇ ਹੋ ਚੀਜ਼ਾਂ ਨੂੰ। ਜੇ ਜਿਵੇਂ ਹੁਣ ਆਪਾਂ ਮਾਰਨਿੰਗ ਦੇ ਵਿੱਚ ਹੀ ਅਗਰ ਨੈਕ ਲਈ ਪ੍ਰੋਬਲਮ ਆ ਤਾਂ ਮਾਰਨਿੰਗ ਹੀ ਜਦੋਂ ਆਪਾਂ ਉੱਠਦੇ ਹਾਂ ਆਪਾਂ ਨੈਕ ਦੀਆਂ ਐਕਸਰਸਾਈਜ਼ਸ ਕਰੀਏ, ਸਟਰੈਚਿੰਗ ਕਰੀਏ, ਸਟਰੈਂਥਨਿੰਗ ਕਰੀਏ, ਹੌਟ ਪੈਕ ਅਪਲਾਈ ਕਰ ਲਈਏ। ਇਹਨਾਂ ਚੀਜ਼ਾਂ ਨਾਲ ਫਿਰ ਕੀ ਹੋਊਗਾ, ਆਪਣੇ ਜਿਹੜੇ ਮਸਲ ਜਿਹੜੇ ਵੀਕ ਹੋ ਰਹੇ ਨੇ ਉਹ ਸਟਰੈਂਥਨ ਹੋਣਗੇ ਤਾਂ ਆਪਣੇ ਆਪ ਨੈਕ ਦੀ ਪੋਜੀਸ਼ਨਿੰਗ 'ਚ ਜਿਹੜਾ ਕੀ ਆ ਇਫੈਕਟ ਆਉਂਦਾ, ਉਹ ਆਪਣੇ ਆਪ ਠੀਕ ਹੋਣ ਲੱਗ ਜਾਂਦੀ ਹੈ ਵਿਦਆਊਟ ਐਨੀ ਮੈਡੀਸਿਨ। ਜੀ ਜੀ ਜੀ, ਜਿਵੇਂ ਤੁਸੀਂ ਦੱਸਿਆ ਤੁਹਾਡੇ ਕੋਲ 올ਡ ਏਜ ਦੇ ਪੇਸ਼ੈਂਟਸ ਆਉਂਦੇ ਨੇ ਔਰ ਜਿਵੇਂ ਨੀ ਰਿਪਲੇਸਮੈਂਟ ਹੋ ਗਈ, ਹੋਰ ਵੀ ਕਈ ਪ੍ਰੋਬਲਮਸ ਇੱਦਾਂ ਦੀਆਂ ਹੋਣਗੀਆਂ ਜਿਹਦੇ ਵਿੱਚ ਬਾਡੀ ਦੇ ਮੂਵਮੈਂਟ ਬੰਦ ਹੋ ਜਾਂਦੀ ਆ, ਔਰ ਉਹਨਾਂ ਵਾਸਤੇ ਕੀ ਐਕਸਰਸਾਈਜ਼ ਤੁਸੀਂ ਦੱਸਦੇ ਹੋ, ਉਹਨਾਂ ਨੂੰ ਕੀ ਟਰੀਟਮੈਂਟ ਤੁਸੀਂ ਦਿੰਦੇ ਹੋ ਵੀ ਜਿਹੜਾ ਨਾਲ ਦੇ ਨਾਲ ਠੀਕ ਹੁੰਦਾ ਰਹੇ? ਕਿੰਨੀ ਕੁ ਥੈਰੇਪੀਜ਼ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ? ਕਈ ਵਾਰੀ ਪੇਸ਼ੈਂਟ ਹੁੰਦੇ ਆ ਬੈੱਡ ਰਿਡਨ ਹੋ ਜਾਂਦੇ ਕਿਸੇ ਵੀ ਚੀਜ਼ ਨਾਲ। ਕਈ ਵਾਰੀ ਹੁੰਦਾ ਉਹਨਾਂ ਦੇ ਕੋਈ ਫ੍ਰੈਕਚਰ ਹੋਇਆ, ਮੰਨ ਲਓ ਸਪਾਈਨ 'ਚ ਫ੍ਰੈਕਚਰ ਹੋਇਆ, ਜੇ ਉਹਨਾਂ ਨੂੰ ਕਹਿ ਦਿੱਤਾ ਜਾਵੇ ਜੀ ਤੁਸੀਂ ਬੈੱਡ ਰੈਸਟ ਕਰਨੀ ਆ 3 ਮਹੀਨੇ ਦੀ, ਤਾਂ ਉਹਨਾਂ ਨੇ 6 ਮਹੀਨੇ ਨਹੀਂ ਉੱਠਣਾ। ਬਿਲਕੁਲ। ਜਿਹੜੀ ਹੁਣ 3 ਮਹੀਨੇ ਦੀ ਪ੍ਰੋਬਲਮ ਜਿਹੜੀ ਠੀਕ ਹੋ ਰਹੀ ਸੀ ਉਹ ਤਾਂ ਠੀਕ ਹੈ, ਬਟ ਜਿਹੜੀ ਬਾਕੀ ਬਾਡੀ ਆ ਉਹ ਸਾਰੀ ਵੀਕ ਚਲੇ ਜਾਊਗੀ। ਫਿਰ ਉਹ ਜਦੋਂ ਪੇਸ਼ੈਂਟਸ ਆਪਣੇ ਕੋਲ ਆਉਂਦੇ ਨੇ ਆਪਾਂ ਉਹਨਾਂ ਨੂੰ ਪਹਿਲੇ ਦਿਨ ਤੋਂ ਹੀ ਉੱਠਣਾ ਬਹਿਣ ਦੀ ਕੋਸ਼ਿਸ਼ ਕਰਾਉਣਾ ਸਿਖਾਉਂਦੇ ਹਾਂ। ਉਹਨਾਂ ਨੂੰ ਆਪਾਂ ਮਸਲ ਦੀ ਸਟਰੈਂਥਨਿੰਗ ਐਕਸਰਸਾਈਜ਼ ਉਹਨਾਂ ਨੂੰ ਦੱਸਣ ਲੱਗ ਜਾਂਦੇ ਹਾਂ। ਆਪਾਂ ਉਹਨਾਂ ਨੂੰ ਪੂਰੀ ਲਿੰਬ ਫਿਜ਼ੀਓਥੈਰੇਪੀ ਰਿਕਮੈਂਡ ਕਰਦੇ ਹਾਂ ਕਿ ਤੁਸੀਂ ਹਰੇਕ ਆਪਣੀ ਬਾਡੀ ਦੇ ਪਾਰਟ ਨੂੰ ਕਿਵੇਂ ਮੂਵ ਕਰਨਾ ਹੈ ਨਾ। ਜਿੰਨੀ ਦੇਰ ਤੁਹਾਨੂੰ ਬੈੱਡ ਰੈਸਟ ਕਹੀ ਸੀ ਤੁਸੀਂ ਓਨੀ ਕੀਤੀ, ਠੀਕ ਆ, ਬਟ ਹੁਣ ਤੁਹਾਨੂੰ ਬੈੱਡ ਛੱਡਣਾ ਪੈਣਾ ਹੈ। ਬਿਲਕੁਲ, ਇੱਕ ਪ੍ਰੋਬਲਮ ਠੀਕ ਕਰਦੇ ਕਰਦੇ ਮੈਨੂੰ ਲੱਗਦਾ ਕਿ ਸਾਰੀ ਬਾਡੀ ਦੇ ਵਿੱਚ ਉਹੀ ਪ੍ਰੋਬਲਮ ਸ਼ੁਰੂ ਹੋ ਜਾਏਗੀ। ਬਿਲਕੁਲ, ਜੇ ਇੱਦਾਂ ਹੀ ਕਰਦੇ ਨੇ ਉਹਨਾਂ ਨੂੰ ਲੱਗਦਾ ਕਿ ਹੁਣ ਜੇ ਅਸੀਂ ਜ਼ਿਆਦਾ ਰੈਸਟ ਕਰਾਂਗੇ ਤਾਂ ਜ਼ਿਆਦਾ ਸਹੀ ਹੋ ਜਾਊਗੀ, ਬਟ ਇੱਦਾਂ ਨਹੀਂ ਹੁੰਦਾ। ਜਿੰਨੀ ਚੀਜ਼ ਆਪਾਂ ਨੂੰ ਚਾਹੀਦੀ ਆ ਆਪਾਂ ਅਗਰ ਉਹਦੇ ਅਕੋਰਡਿੰਗ ਹੀ ਚੱਲੇ। ਹੁਣ ਤਾਂ ਇੱਦਾਂ ਵੀ ਹੈ ਵੀ ਹੁਣ ਜਿਵੇਂ ਫ੍ਰੈਕਚਰ ਹੀ ਹੋ ਗਿਆ, ਕਈ ਪੇਸ਼ੈਂਟਸ ਨੂੰ ਲੱਗਦਾ ਕਿ ਮੇਰੇ ਸ਼ੋਲਡਰ ਦਾ ਫ੍ਰੈਕਚਰ ਹੈ ਵੀ ਮੈਂ ਬਾਂਹ ਹੀ ਨਹੀਂ ਹਿਲਾਉਣੀ, ਤਾਂ ਉਹ ਕੀ ਕਰਦੇ ਨੇ, ਸ਼ੋਲਡਰ ਜੁਆਇੰਟ ਤਾਂ ਪਹਿਲਾਂ ਹੀ ਸਟਿਫ ਹੋ ਗਿਆ ਕਿਉਂਕਿ ਫ੍ਰੈਕਚਰ ਹੋਇਆ ਹੈ ਨਾ, ਉੱਥੇ ਉਹਨਾਂ ਨੇ ਆਪਣਾ ਟਰੀਟਮੈਂਟ ਚੱਲ ਰਿਹਾ, ਉਹਨਾਂ ਨੇ ਐਲਬੋ ਅਤੇ ਰਿਸਟ ਉਹਦੀ ਮੂਵਮੈਂਟ ਵੀ ਬੰਦ ਕਰ ਦੇਣੀ। ਜਦੋਂ ਹੁਣ ਆਪਣੀ ਇਹਨਾਂ ਦੋਨਾਂ ਚੀਜ਼ਾਂ ਦੀ ਮੂਵਮੈਂਟ ਬੰਦ ਹੋ ਗਈ ਤਾਂ ਬਾਅਦ 'ਚ ਜਦੋਂ ਹੁਣ ਫ੍ਰੈਕਚਰ ਨੇ ਸਹੀ ਹੋਣਾ, ਇੱਕ ਤਾਂ ਸ਼ੋਲਡਰ ਦਾ ਟਰੀਟਮੈਂਟ ਤਾਂ ਹੋਣਾ ਹੀ ਸੀ, ਫਿਰ ਐਲਬੋ ਅਤੇ ਰਿਸਟ ਉਹਨਾਂ ਦੇ ਨਾਲ ਇਨਕਲੂਡ ਹੋ ਜਾਂਦੇ ਨੇ। ਫਿਰ ਇਹਨਾਂ ਥਾਵਾਂ 'ਤੇ ਉਹਨਾਂ ਨੂੰ ਕਈ ਪੇਸ਼ੈਂਟਸ ਨੂੰ ਇਹਨਾਂ ਚੀਜ਼ਾਂ ਦਾ ਹੁਣ ਪਤਾ ਲੱਗਣ ਲੱਗ ਗਿਆ ਕਿ ਮੇਰਾ ਜੇ ਸ਼ੋਲਡਰ ਖਰਾਬ ਆ ਤਾਂ ਮੈਨੂੰ ਐਲਬੋ ਅਤੇ ਰਿਸਟ ਇਹਨਾਂ ਦੀ ਨਾਰਮਲ ਮੂਵਮੈਂਟਸ ਰੱਖਣੀਆਂ ਹੀ ਨੇ ਨਾਲੋਂ ਨਾਲ। ਜੀ ਜੀ ਜੀ, ਕੀ ਐਡਵਾਈਸ ਹੈ, ਕਿਹੜੇ ਟਰੀਟਮੈਂਟ ਜਿਹੜੇ ਤੁਹਾਨੂੰ ਲੱਗਦੇ ਨੇ ਘਰ ਦੇ ਵਿੱਚ ਕੀਤੇ ਜਾ ਸਕਦੇ ਨੇ ਆਪਣੀ ਬਾਡੀ ਨੂੰ ਫਿਟ ਰੱਖਣ ਵਾਸਤੇ? ਕਿਉਂਕਿ ਜ਼ਿਆਦਾਤਰ ਲੋਕ ਜਿਹੜੇ ਨੇ ਅੱਜ ਕੱਲ੍ਹ ਬਹੁਤ ਉਹਨਾਂ ਦੀ ਹੈਗੀ ਹੈ ਇਨਵੋਲਵਮੈਂਟ ਜਿਮ ਦੇ ਵਿੱਚ ਜਾ ਕੇ, ਪੇਨ ਵੀ ਹੁੰਦੀ ਹੈ ਫਿਰ ਵੀ ਆਪਾਂ ਲਗਾਤਾਰ ਅਗਲੇ ਦਿਨ ਪੇਨ ਕਿਲਰ ਖਾ ਕੇ ਚਲੇ ਜਾਂਦੇ ਹਾਂ, ਉਹਨਾਂ ਵਾਸਤੇ ਕੀ ਐਡਵਾਈਸ ਹੈ? ਪਹਿਲੀ ਗੱਲ ਤਾਂ ਆਪਾਂ ਨੂੰ ਕੋਈ ਵੀ ਪੇਨ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਪੇਨ ਹੈਗੀ ਹੈ ਤਾਂ ਆਪਾਂ ਨੂੰ ਪਹਿਲਾਂ ਆਪਣੀ ਬਾਡੀ ਦੇ ਦੇਖ ਕੇ ਹੀ ਜਿਮਿੰਗ ਕਰਨੀ ਚਾਹੀਦੀ ਆ। ਜਿਹੜੇ ਨਾਰਮਲ ਪੇਸ਼ੈਂਟਸ ਨੇ ਹੁਣ ਜਿਹੜੇ ਘਰਾਂ ਦੇ ਵਿੱਚ ਨੇ, ਰੋਜ਼ ਨਹੀਂ ਆ ਸਕਦੇ ਇੱਥੇ ਹੈ ਨਾ, ਉਹਨਾਂ ਨੂੰ ਸਵੇਰੇ ਉੱਠ ਕੇ ਇੱਕ ਯੋਗਾ ਆਪਣਾ ਕਰਨਾ ਚਾਹੀਦਾ ਹੈ, ਫਿਰ ਉਹਨਾਂ ਨੂੰ ਵਾਕ ਸਟਾਰਟ ਕਰ ਦੇਣੀ ਚਾਹੀਦੀ ਹੈ। ਕੁਝ ਚੀਜ਼ਾਂ ਇਹੋ ਜਿਹੀਆਂ ਕਰਨੀਆਂ ਚਾਹੀਦੀਆਂ ਨੇ ਬਾਡੀ ਲਈ। ਡੇਲੀ ਐਕਸਰਸਾਈਜ਼ ਇੱਕ ਆਪਾਂ ਨੂੰ ਕਰਨੀ ਹੀ ਚਾਹੀਦੀ ਹੈ ਕਿ ਆਪਣੀ ਬਾਡੀ ਜਿਹੜੀ ਉਹ ਹੈਲਦੀ ਫੀਲ ਕਰੇ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਮੈਮ। ਤਾਂ ਇਹ ਸੀ ਡਾਕਟਰ ਦੀਆ ਜਿਹੜੀ ਕਿ ਪ੍ਰੋ ਲਾਈਫ ਹਸਪੀਟਲ ਦੇ ਵਿੱਚ ਮੌਜੂਦ ਨੇ। ਜੇਕਰ ਤੁਸੀਂ ਕਿਸੇ ਵੀ ਪ੍ਰੋਬਲਮ ਨੂੰ ਫੇਸ ਕਰ ਰਹੇ ਹੋ, ਤੁਹਾਨੂੰ ਘਰ ਦੇ ਵਿੱਚ ਕਿਸੇ ਵੀ ਬਾਡੀ ਦੇ ਪਾਰਟ ਦੇ ਵਿੱਚ ਪ੍ਰੋਬਲਮ ਆ ਰਹੀ ਹੈ, ਪੇਨ ਆ ਰਹੀ ਹੈ, ਤਾਂ ਉਹਨੂੰ ਇਗਨੋਰ ਨਾ ਕੀਤਾ ਜਾਵੇ। ਉਹਦੀ ਐਕਸਰਸਾਈਜ਼ ਜ਼ਰੂਰ ਆ ਕੇ ਮੈਮ ਨਾਲ ਕੰਸਲਟ ਕੀਤੀ ਜਾਵੇ, ਕਿਵੇਂ ਉਸ ਨੂੰ ਤੁਸੀਂ ਘਰ ਦੇ ਵਿੱਚ ਹੀ ਕਰ ਸਕਦੇ ਹੋ ਔਰ ਜਿਹੜਾ ਉਸਦਾ ਟਰੀਟਮੈਂਟ ਨਾਲ ਦੇ ਨਾਲ ਚੱਲ ਸਕਦਾ ਤਾਂ ਜੋ ਤੁਹਾਡੀ ਪ੍ਰੋਬਲਮ ਅੱਗੇ ਜਾ ਕੇ ਨਾ ਵਧੇ। ਟਾਈਮ ਟੂ ਟਾਈਮ ਜਿਹੜਾ ਟਰੀਟਮੈਂਟ ਹੁੰਦਾ ਰਹਿਣਾ ਚਾਹੀਦਾ ਹੈ। ਤਾਂ ਇੱਦਾਂ ਦੀ ਹੋਰ ਵਧੇਰੀ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮਸ।